ਕਾਤੋਂ ਕਾਇਆ ਐਬੀ ਕੀਤੀ, ਐਬਾਂ ਦੇ ਸੰਗ ਪਾ ਪ੍ਰੀਤੀ। ਹੈ ਚੇਟਕ ਮਾੜੀ ਐਬਾਂ ਦੀ, ਤੇ ਹੈ ਐਬਾਂ ਦੀ ਮਾੜੀ ਨੀਤੀ। ਇਹ ਸਕੇ ਕਿਸੇ ਦੇ ਕਦੇ ਨਹੀਂ ਹੁੰਦੇ, ਕਰ ਦਿੰਦੇ ਜੀਵਨ ਫੀਤੀ ਫੀਤੀ। ਜੋ ਮਤ ਜੱਗ ਦੀ ਚਾਟ ਤੇ ਲੱਗੀ, ਅਮਣ ਸਮਝੋ ਉਹ ਮਤ ਮਾਇਆ ਪਲੀਤੀ, ਸਮਝੋ ਉਹ ਮਤ ਮਾਇਆ ਪਲੀਤੀ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਬੋਲਣ ਦਾ ਪਹਿਲੂ ਹੈ ਉਹ ਹੈ ਰੱਬ ਦੀ ਚਾਟ। ਸਾਡੀ ਆਮ ਵਰਤੋਂ ਵਿਹਾਰ ਦੀ ਬੋਲੀ ਦੇ ਕਈ ਅਲਫਾਜ਼ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਭੀਤਰ ਵਾਲੇ ਭਾਵ ਕਿ ਆਤਮਿਕ ਜੀਵਨ ਵਾਲੇ ਪੱਖ ਨਾਲ ਜੋੜ ਕੇ ਤੁਰਦੇ ਹਾਂ ਤਾਂ ਉਹ ਆਪਣੀ ਰੂਪ ਰੇਖਾ ਦੇ ਨਾਲ ਆਪਣੀ ਪ੍ਰਭਾਵ ਪ੍ਰਵਿਰਤੀ ਵੀ ਬਦਲ ਲੈਂਦੇ ਹਨ। ਤੇ ਅੱਜ ਠੇਠ ਪੰਜਾਬੀ ਦੇ ਅਜਿਹੇ ਹੀ ਇੱਕ ਅਲਫਾਜ਼ ਤੇ ਸਵਾਰ ਹੋ ਅਸੀਂ ਆਪਣੇ ਸੁਗੜ ਵਿਚਾਰ ਦੇ ਸਫ਼ਰ 'ਚ ਅੱਗੇ ਵਧਣ ਲੱਗੇ ਹਾਂ। ਆਮ ਹੀ ਆਪਣੇ ਆਸ-ਪਾਸ ਆਪਣੇ ਘਰ ਪਰਿਵਾਰ ਦੇ ਵੱਡਿਆਂ ਬਜ਼ੁਰਗਾਂ ਕੋਲੋਂ ਅਸੀਂ ਇੱਕ ਸ਼ਬਦ ਸੁਣਿਆ ਹੋਵੇਗਾ ਚਾਟ, ਜਿਸ ਦੀ ਵਰਤੋਂ ਤਕਰੀਬਨ ਨਾ ਪੱਖੀਹੀਣਤਾ ਵਾਲੇ ਭਾਵ 'ਚ ਗਲਤ ਆਦਤਾਂ ਨੂੰ ਗਲਤ ਵਿਵਹਾਰਕ ਇਕਾਈਆਂ ਨੂੰ ਸਿੱਧ ਕਰਨ ਲਈ ਕੀਤੀ ਜਾਂਦੀ ਹੈ। ਜੇ ਗੱਲ ਕਰੀਏ ਦੋ ਅੱਖਰ ਦੇ ਸੁਮੇਲ ਤੋਂ ਸਰਲ ਜਿਹੀ ਰੂਪ ਰੇਖਾ ਲੈ ਹੋਂਦ ਵਿੱਚ ਆਏ ਇਸ ਚਾਟ ਲਫ਼ਜ਼ ਦੀ, ਤਾਂ ਸ਼ਬਦਕੋਸ਼ ਅਨੁਸਾਰ ਇਸ ਦੇ ਅਰਥ ਹਨ ਸਵਾਦ, ਚਸਕਾ, ਚੇਟਕ ਆਦਿ। ਅਸੀਂ ਕਦੀ ਨਾ ਕਦੀ ਕਿਸੇ ਨਾ ਕਿਸੇ ਚਰਚਾ ਮੰਡਲੀ 'ਚ ਇਸ ਗੱਲ ਤੇ ਚਰਚਾ ਹੁੰਦੀ ਜ਼ਰੂਰ ਸੁਣੀ ਹੋਵੇਗੀ ਕਿ ਫਲਾਣੇ ਦਾ ਪੁੱਤ ਤਾਂ ਫਲਾਣੀ ਚਾਟ ਤੇ ਲੱਗ ਗਿਆ, ਫਲਾਣਾ ਬੰਦਾ ਤਾਂ ਫਲਾਣੇ ਚਸਕੇ ਤੇ ਲੱਗਾ, ਉਹਨੂੰ ਤਾਂ ਸਵਾਦ ਪੈ ਗਿਆ ਇਹ ਕੰਮ ਕਰਨ ਦਾ। ਪਰ ਇਸ ਪ੍ਰਕਾਰ ਦੀਆਂ ਤਮਾਮ ਗੱਲਾਂ ਬਾਤਾਂ ਕਰਦਿਆਂ ਸੁਣਦਿਆਂ ਅਸੀਂ ਇੱਕ ਗੱਲ ਵਿਚਾਰਨੀ ਭੁੱਲ ਜਾਂਦੇ ਹਾਂ ਕਿ ਚਾਟ ਤੇ ਤਾਂ ਅਸੀਂ ਵੀ ਲੱਗੇ ਹਾਂ, ਚਸਕਾ ਤੇ ਸਾਨੂੰ ਵੀ ਲੱਗਾ, ਸਵਾਦ ਤਾਂ ਸਾਨੂੰ ਵੀ ਪਿਆ ਹੈ। ਜਿਸ ਦਿਨ ਅਸੀਂ ਸਵਾਸ ਨਾਲੋਂ ਟੁੱਟ ਸਾਹ ਨਾਲ ਜੁੜੇ, ਸਾਡੀ ਲਿਵ ਪਰਮਾਤਮਾ ਨਾਲੋਂ ਟੁੱਟੀ, ਜਿਸ ਬਾਬਤ ਫਰਮਾਨ ਹੈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦ ਸਾਡਾ ਜਨਮ ਹੋਇਆ ਇਸ ਮਾਤ ਲੋਕ ਵਿੱਚ ਤਾਂ ਪਹਿਲੀ ਰਸਮ ਨਿਭਾਈ ਗਈ ਸ਼ਹਿਦ ਚਟਾਉਣ ਦੀ, ਭਾਵ ਕਿ ਗੁੜਤੀ ਦੇਣ ਦੀ। ਜੇ ਕਦੀ ਗੌ ਨਾਲ ਵਿਚਾਰ ਕੇ ਵੇਖੀਏ ਤਾਂ ਗੁੜਤੀ 'ਚ ਚਟਾਏ ਸ਼ਹਿਦ ਨਾਲ ਹੀ ਲੱਗ ਗਈ ਸੀ ਸਾਨੂੰ ਸੰਸਾਰ ਦੀ ਚਾਟ, ਚਾਹਤਾਂ ਖਵਾਇਸ਼ਾਂ ਤ੍ਰਿਸ਼ਨਾਵਾਂ ਦੀ ਚਾਟ। ਤੇ ਫਿਰ ਐਸੀ ਚਾਟ ਲੱਗੀ ਸਾਨੂੰ ਸੰਸਾਰ ਦੀ ਸੰਸਾਰੀ ਸਵਾਦਾਂ ਦੀ ਕਿ ਅਸੀਂ ਨਿਰੰਕਾਰ ਭੁੱਲ ਸੰਸਾਰ ਦੇ ਮੁਰੀਦ ਹੋ ਗਏ। ਇੱਥੇ ਅਸੀਂ ਇੱਕ ਗੱਲ ਵੇਖਦੇ ਹਾਂ ਕਿ ਜਦੋਂ ਕਿਸੇ ਇਨਸਾਨ ਨੂੰ ਕਿਸੇ ਕੰਮ ਦੀ, ਕਿਸੇ ਐਬ ਦੀ ਚਾਟ ਲੱਗਦੀ ਹੈ ਤਾਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਸ ਇਨਸਾਨ ਦੇ ਜ਼ਿਹਨ 'ਚ ਉਹੀ ਚੱਲਦਾ ਰਹਿੰਦਾ ਹੈ, ਉਹਦੀ ਸੋਚ 'ਚ ਉਹਦੇ ਦਿਲ ਦਿਮਾਗ 'ਚ ਉਹੀ ਚੀਜ਼ ਘੁੰਮਦੀ ਏ, ਉਸੇ ਚੀਜ਼ ਦੇ ਖਿਆਲ ਉੱਠਦੇ ਨੇ। ਇੱਕ ਪ੍ਰਕਾਰ ਨਾਲ ਇਹ ਸਭ ਲੱਛਣ ਨੇ ਇਸ ਗੱਲ ਨੂੰ ਘੋਖਣ ਦੇ ਕਿ ਇਨਸਾਨ ਨੂੰ ਚਾਟ ਕਿਸ ਚੀਜ਼ ਦੀ ਲੱਗੀ ਹੈ। ਤੇ ਫਿਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜ਼ਿਹਨ 'ਚ ਘੁੰਮਦਾ ਸੰਸਾਰ ਦਿਲ ਦਿਮਾਗ 'ਚ ਵਸੀ ਚਾਹਤਾਂ ਖਵਾਇਸ਼ਾਂ ਤ੍ਰਿਸ਼ਨਾਵਾਂ ਦੀ ਤਲਬ ਦੱਸ ਦਿੰਦੀ ਹੈ ਕਿ ਸਾਨੂੰ ਸੰਸਾਰ ਦੀ ਚਾਟ ਲੱਗੀ ਹੈ, ਅਸੀਂ ਸੰਸਾਰ ਦੇ ਚਸਕੇ 'ਚ ਹਾਂ। ਕਿਉਂਕਿ ਜਿਨ੍ਹਾਂ ਨੂੰ ਸਵਾਦ ਲੱਗਾ ਸੀ ਨਿਰੰਕਾਰ ਦਾ, ਉਹਨਾਂ ਨੇ ਤਾਂ ਫਿਰ ਸੋਹਿਲੇ ਗਾਏ ਸੀ ਨਿਰੰਕਾਰੀ ਹਮਦ ਦੇ। ਉਹਨਾਂ ਤਾਂ ਰਾਜ ਭਾਗ ਨੂੰ ਠੋਕਰ ਮਾਰ ਫਕੀਰੀ ਚੁਣ ਲਈ ਸੀ, ਉਹ ਤਾਂ ਵਸਦੇ ਮਹਿਲ ਛੱਡ ਕੁੱਲੀਆਂ 'ਚ ਜਾ ਬਿਰਾਜੇ ਸੀ। ਜਿਨ੍ਹਾਂ ਨੂੰ ਚਸਕਾ ਲੱਗਾ ਸੀ ਖੁਦਾ ਦੇ ਨਾਮ ਦਾ, ਪਰਮਾਤਮਾ ਦੇ ਗੁਣਾਂ ਦਾ, ਉਹਨਾਂ ਤਾਂ ਸੰਸਾਰ ਦੀ ਪਹਿਲੀ ਪਹਿਲ ਨੂੰ ਠੁਕਰਾ ਹੱਕੀ ਕਿਰਤ ਚੁਣ ਲਈ ਸੀ। ਭਗਤ ਰਵਿਦਾਸ ਜੀ ਕੋਲ ਪਏ ਪਾਰਸ ਵਾਲੀ ਕਹਾਣੀ ਤਾਂ ਅਸੀਂ ਸਭ ਨੇ ਸੁਣੀ ਹੋਵੇਗੀ। ਉਹ ਕੀ ਸੀ? ਉਹ ਇਸੇ ਗੱਲ ਦਾ ਪ੍ਰਮਾਣ ਸੀ ਕਿ ਉਹਨਾਂ ਨੂੰ ਨਿਰੰਕਾਰ ਦਾ ਸਵਾਦ ਸੀ, ਗੁਣਾਂ ਦਾ ਚਸਕਾ ਸੀ, ਰੱਬੀ ਮੇਲਾਪ ਦੀ ਚੇਟਕ ਸੀ ਉਹਨਾਂ ਨੂੰ। ਇਸ ਲਈ ਚਿੱਤ ਚੇਤਾ ਚੱਤੇ ਪੈਰ ਹਜ਼ੂਰ ਦੇ ਚਿੰਤਨ 'ਚ ਲੱਗਾ ਰਹਿੰਦਾ ਸੀ। ਪਰ ਸਾਡਾ ਚੇਤਾ, ਸਾਡਾ ਚਿੱਤ, ਸਾਡਾ ਚਿੰਤਨ ਸੰਸਾਰ ਵੱਲ ਹੈ। ਨਿਰੰਕਾਰ ਨੂੰ ਭੁੱਲ ਸੰਸਾਰ ਨੂੰ ਚਿੱਤ ਚੇਤੇ 'ਚ ਵਸਾ ਜਿਸ ਚਾਟ ਤੇ ਅਸੀਂ ਲੱਗੇ ਹਾਂ, ਇਹ ਉਹ ਚਾਟ ਹੈ ਜਿਸ ਨੇ ਸਾਡਾ ਜੀਵਨ ਤਬਾਹ ਕਰਨਾ, ਜਿਸ ਨੇ ਮਾਨਸ ਜਨਮ ਦੇ ਰੂਪ ਵਿੱਚ ਮਿਲਿਆ ਮੌਕਾ ਬਰਬਾਦ ਕਰਨਾ। ਵੈਸੇ ਚਾਟਾਂ ਸਭ ਮਾੜੀਆਂ ਨੇ, ਭਾਵੇਂ ਉਹ ਗਲਤ ਖਾਣ ਪੀਣ ਦੀ ਹੋਵੇ, ਅਸੱਭਿਅਕ ਕਰਮ ਕਮਾਉਣ ਦੀ ਹੋਵੇ, ਵਿਸ਼ੇ ਵਿਕਾਰਾਂ ਦੀ ਹੋਵੇ, ਨਸ਼ੇ ਦੀ ਹੋਵੇ, ਨਾਜਾਇਜ਼ ਪੈਸਾ ਉਡਾਉਣ ਦੀ ਜਾਂ ਨਾਜਾਇਜ਼ ਪੈਸਾ ਕਮਾਉਣ ਦੀ ਹੋਵੇ, ਚੁਗਲੀ ਨਿੰਦਿਆ ਦੀ ਹੋਵੇ, ਝੂਠ ਬੋਲਣ ਦੀ ਜਾਂ ਹੱਕ ਮਾਰਨ ਦੀ ਹੋਵੇ। ਪਰ ਸਭ ਤੋਂ ਮਾੜੀ ਚਾਟ ਏ ਸੰਸਾਰ ਦੀ,
ਸੰਸਾਰੀ ਹਸਰਤਾਂ ਦੀ, ਸੰਸਾਰੀ ਚਾਹਤਾਂ ਖਵਾਇਸ਼ਾਂ ਤ੍ਰਿਸ਼ਨਾਵਾਂ ਦੀ। ਕਿਉਂਕਿ ਜਿਹਨੀਅਤ 'ਚ ਵਸਿਆ ਸੰਸਾਰ, ਨਿਰੰਕਾਰ ਭਾਵ ਕੇ ਸਤਿਪੁਰਖ, ਸਤਿ ਸ੍ਰੀ ਅਕਾਲ ਪੁਰਖ, ਮੂਲ ਪੁਰਖ ਪਿਤਾ ਜੀ ਨਹੀਂ ਯਾਦ ਆਉਣ ਦਿੰਦਾ। ਤੇ ਜਦ ਉਹ ਹਜ਼ੂਰ ਜਿਹੜਾ ਜਰੇ ਜਰੇ ਵਿੱਚ ਵਸਿਆ ਏ ਉਹ ਯਾਦ ਨਹੀਂ ਆਉਂਦਾ ਤਾਂ ਸਮਝ ਲਈਏ ਕਿ ਅਸੀਂ ਮਾੜੀ ਚਾਟ ਤੇ ਲੱਗੇ ਹਾਂ। ਇਸ ਲਈ ਹੋਰਾਂ ਵੱਲ ਤੱਕਣ ਦੀ ਚਾਟ ਛੱਡ, ਹੋਰਾਂ ਨੂੰ ਨੁਕਸ ਕਨੂਹਾਂ ਦੇ ਤੱਕੜ ਪਾ ਤੋਲਣ ਦਾ ਚਸਕਾ ਛੱਡ, ਆਪਣੇ ਆਪ ਨੂੰ ਖੁਦ ਨੂੰ ਫਰੋਲਣ ਦਾ ਸਵਾਦ ਪਾਈਏ। ਕਿਉਂਕਿ ਆਪਣੇ ਆਪ ਨੂੰ ਵਾਚਣ ਦਾ, ਆਪਣੇ ਕਰਮ ਨੂੰ ਗੁਣੀ ਕਾਇਦੇ ਦੇ ਤੱਕੜ ਤੋਲਣ ਦਾ, ਆਪਣੇ ਵਿਚਾਰਾਂ ਖਿਆਲਾਂ 'ਚ ਚੱਲਦੀ ਅਬੋਲ ਗੁਫ਼ਤਗੂ ਨੂੰ ਭਾਂਪਣ ਦਾ ਚਸਕਾ ਜਿਸ ਦਿਨ ਸਾਨੂੰ ਲੱਗ ਜਾਵੇਗਾ, ਉਸ ਦਿਨ ਅਸੀਂ ਗੁਰੂ ਗੁਰਬਾਣੀ ਦੇ ਉਸ ਨੁਸਖੇ ਤੇ, ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਕਰੀਬ ਹੋ ਜਾਵਾਂਗੇ ਜਿੱਥੇ ਜਾ ਸਮਝ ਅਵਸਥਾ ਉਹ ਹੋ ਜਾਂਦੀ ਹੈ ਜਿਸ ਬਾਬਤ ਫਰਮਾਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਸੋ ਅਖੀਰ ਅੱਜ ਹੀ ਪਹਿਲ ਦੇ ਆਧਾਰ ਤੇ ਸੰਸਾਰ ਦਾ ਚਸਕਾ ਛੱਡ, ਚਸਕਾ ਲਾਈਏ ਬੰਦਗੀ ਇਬਾਦਤ ਦਾ, ਮੂਲ ਪੁਰਖ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਸਿਫਤ ਸਲਾਹ ਰੂਪ ਸਵਾਦ ਦਾ। ਲੱਗੀਏ ਸਤਿਗੁਣੀ ਚਾਟ ਤੇ ਪਿਤਾ ਪਰਮਾਤਮਾ ਦੇ ਮਿਲਾਪ ਦੀ ਚੇਟਕ ਲਾਈਏ ਖੁਦ ਨੂੰ। ਕਿਉਂਕਿ ਚਸਕਾ ਸਵਾਦ ਚੇਟਕ ਹੀ ਤਾਂ ਸਾਨੂੰ ਗਹਿਰਾ ਉਤਾਰਦੀ ਹੈ, ਜਾਂ ਕਹਿ ਲਓ ਕਿ ਗਹਿਰਾ ਉਤਰਨ ਲਈ ਮਜਬੂਰ ਕਰਦੀ ਹੈ। ਇਸ ਲਈ ਜੱਗ ਤੋਂ ਲੈ ਰੱਬ ਤੱਕ ਜਾਂਦਿਆਂ ਚਾਟ ਸ਼ਬਦ ਦੀ ਬਦਲੀ ਭਾਸ਼ਾ ਪਰਿਭਾਸ਼ਾ ਨੂੰ ਸਮਝ, ਜੱਗ ਦੀ ਚਾਟ ਛੱਡ ਰੱਬ ਦੀ ਚਾਟ ਤੇ ਲੱਗੀਏ ਤੇ ਜਨਮ ਜਾਤ ਦੇ ਗੇੜ ਤੋਂ ਨਜ਼ਾਤ ਪਾ ਹਜ਼ੂਰ ਸਤਿਪੁਰਖ ਪਿਤਾ ਜੀ ਦੇ ਘਰ ਜਾ ਫੱਬੀਏ। ਆਖਿਰ ਇਹੀ ਤਾਂ ਮਕਸਦ ਹੈ ਇਸ ਮਾਨਸ ਜਨਮ ਦਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।